ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਵੱਲੋਂ ਰਾਸ਼ਟਰਪਤੀ ਕੋਲੋਂ ਸਮਾਂ ਮੰਗਿਆ ਗਿਆ ਸੀ, ਲੇਕਿਨ ਉਹ ਸਮਾਂ ਮੁਲਾਕਾਤ ਦਾ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫੈਸਲਾ ਕਰਦੇ ਨੇ ਕਿ ਸਮਾਂ ਨਹੀਂ ਮਿਲਿਆ ਗਾ, ਲੇਕਿਨ ਉਹ ਕੱਲ੍ਹ ਦਿੱਲੀ ਜਾ ਕੇ ਧਰਨਾ ਦੇਣਗੇ। ਔਰ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਹੋਣਾ ਨਾਲ, ਉਹ ਕੀ ਸੋਚਦੇ। ਅਮਨ ਜੀ, ਪਹਿਲੀ ਗੱਲ ਆ, ਰਾਸ਼ਟਰਪਤੀ ਨੇ ਪੰਜਾਬ ਦੇ ਵਿਧਾਇਕਾਂ ਨੂੰ ਟਾਈਮ ਨਹੀਂ ਦਿੱਤਾ, ਉਹਨੂੰ ਕਿਵੇਂ ਦੇਖਦੇ ਜੀ? देखो, इस तरह है कि वैसे तो चुने हुए नुमाइंदे का राजपाल ਨੂੰ राष्ट्रपति ਨੂੰ मिलने का वैसे ही हक ਹੁੰਦਾ ਹੈ, ਮਿਲਣ ਦਾ ਸਮਾਂ ਮਿਲਣਾ ਚਾਹੀਦਾ ਸੀਗਾ। ਪਰ ਸਵਾਲ ਇਹ ਹੈ, ਮੈਂ ਇਹ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਜੀ ਤੇ ਪੰਜਾਬ ਸਰਕਾਰ ਨੂੰ ਕਿ ਰਾਸ਼ਟਰਪਤੀ ਨੂੰ ਮਿਲ ਕੇ ਹਾਸਲ ਕੀ ਕਰਨਾ ਚਾਹੁੰਦੇ ਸੀਗੇ। ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਜੇ ਟਾਈਮ ਮੰਗਣਾ ਹੈ, ਮਿਲਣਾ ਹੈ, ਮੁਲਾਕਾਤ ਕਰਨੀ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਰੋ। ਜਿੱਥੋਂ ਇਹ ਪੁਆੜੇ ਸ਼ੁਰੂ ਹੋਏ ਨੇ ਉੱਥੋਂ ਹੀ ਉਹਦਾ ਕੋਈ ਹੱਲ ਹੈ ਜਿਹੜਾ ਉਹ ਹੋ ਸਕਦਾ ਹੈ। ਮੈਂ ਸਮਝਦਾ ਕਿ ਅੱਜ ਰਾਸ਼ਟਰਪਤੀ ਸਾਹਿਬ ਨੇ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਔਰ ਉਹਨਾਂ ਦੇ ਕੈਬਨਿਟ ਵਜ਼ੀਰਾਂ ਨੂੰ ਔਰ ਕਾਂਗਰਸ ਦੇ MLA ਨੂੰ ਮਿਲਣ ਤੋਂ ਨਾ ਕਰਕੇ ਇਹ ਕਲੀਅਰ ਮੈਸੇਜ ਜਿਹੜਾ ਸੰਦੇਸ਼ ਹੈ ਦੇ ਦਿੱਤਾ ਕਿ ਮੇਰੇ ਕੋਲ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ, ਮੇਰੇ ਹੱਥ ਖੜੇ ਨੇ, ਮੈਂ ਇਸ ਮਸਲੇ 'ਚ ਕੁਝ ਨਹੀਂ ਕਰ ਸਕਦਾ ਹੈ ਕਿ ਜੇ ਜਾਣਾ ਹੈ ਤਾਂ ਪ੍ਰਧਾਨ ਮੰਤਰੀ ਕੋਲੇ ਜਾਓ। ਜਗਤਾਰ ਜੀ, ਆਜ਼ਾਦ ਭਾਰਤ ਦੇ 73 ਸਾਲਾਂ ਦੇ ਇਤਿਹਾਸ ਦੇ ਵਿੱਚ ਇੱਕ ਵੀ ਜਿਹੀ ਐਗਜ਼ਾਮਪਲ ਨਹੀਂ ਹੈਗੀ ਕਿ ਜਦੋਂ ਕੋਈ ਰਾਸ਼ਟਰਪਤੀ ਦੇ ਸਾਈਨਾਂ ਤੋਂ ਬਾਅਦ ਕੋਈ ਬਿੱਲ ਹੈ ਜਿਹੜਾ ਕਾਨੂੰਨ ਦਾ ਰੂਪ ਅਖਤਿਆਰ ਕਰ ਜੇ ਪਾਰਲੀਮੈਂਟ 'ਚ ਪਾਸ ਹੋਣ ਤੋਂ ਬਾਅਦ, ਅਤੇ ਉਹਨੂੰ ਰਾਸ਼ਟਰਪਤੀ ਆਪਦੇ ਪੱਧਰ ਦੇ ਉੱਪਰ ਉਹਨੂੰ ਰੱਦ ਕਰ ਸਕਣ, ਉਹਦੇ 'ਚ ਕੋਈ ਤਰਮੀਮ ਕਰ ਸਕਣ, ਉਹਦੇ 'ਚ ਕੋਈ ਚੇਂਜਸ ਕਰ ਸਕਣ। ਜਦੋਂ ਸਾਰਾ ਕੁਛ ਰਾਸ਼ਟਰਪਤੀ ਸਾਹਿਬ ਕਰੀ ਬੈਠੇ ਨੇ, ਉਹਨਾਂ ਕੋਲ ਜਾਣ ਦਾ ਮਕਸਦ ਕੀ ਹੈ, ਪਰਪਸ ਕੀ ਹੈ? ਸੋ ਇਸ ਕਰਕੇ ਮੈਂ ਸਮਝਦਾ ਕਿ ਸਿਰਫ ਔਰ ਸਿਰਫ ਇਹ ਸਿਆਸੀ ਡਰਾਮੇਬਾਜ਼ੀ ਹੈ। ਅਸੀਂ ਕੈਪਟਨ ਸਾਹਿਬ ਨੂੰ ਪਹਿਲੇ ਦਿਨੋਂ ਕਹਿੰਦੇ ਆ ਰਹੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਤੋਂ ਟਾਈਮ ਲਓ। ਜੇ ਉਹ ਨਹੀਂ ਦਿੰਦੇ ਹੈਗੇ ਟਾਈਮ, ਤੇ ਪ੍ਰਧਾਨ ਮੰਤਰੀ ਦੇ ਘਰ ਦੇ ਜਾ ਕੇ ਬਾਹਰ ਜਾ ਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉੱਥੇ ਬੈਠਣਾ ਚਾਹੀਦਾ ਨਾ। ਸੋ ਜਿਹੜੀ ਜਿਸ ਪਾਸਿਓਂ ਹੱਲ ਹੋਣ ਦੀ ਕੋਈ ਉਮੀਦ ਨਹੀਂ ਹੈਗੀ, ਉਸ ਪਾਸੇ ਨੂੰ ਤੁਰੇ ਜਾਂਦੇ ਨੇ, ਪਰ ਜਿੱਥੋਂ ਹੱਲ ਹੋਣਾ ਹੈ ਉਸ ਪਾਸੇ ਨੂੰ ਚੱਲਦੇ ਨਹੀਂ ਹੈਗੇ। ਸੋ ਸਿਰਫ ਆਮ ਆਦਮੀ ਪਾਰਟੀ ਕੱਲ ਨਹੀਂ ਜਾ ਰਹੀ ਹੈਗੀ? ਨਹੀਂ, ਬਿਲਕੁਲ ਨਹੀਂ ਜਾ ਰਹੀ ਹੈਗੀ ਜੀ। ਪ੍ਰਧਾਨ ਮੰਤਰੀ ਸਾਹਿਬ ਦੇ ਅੱਗੇ ਪ੍ਰੋਟੈਸਟ ਰੱਖਣ, ਫਿਰ ਤਾਂ ਕੋਈ ਲੌਜਿਕ ਬਣਦਾ ਜਾਣ ਦਾ। ਜਦੋਂ ਤੁਸੀਂ ਰਾਸ਼ਟਰਪਤੀ ਨੂੰ, ਮੈਂ ਤਾਂ ਇਹ ਸਮਝਦਾ ਕਿ ਮਿਲ ਕੇ ਕੀ ਹਾਸਲ ਹੋਏਗਾ ਇਹ ਸਮਝਾ ਦੇਣ ਤਾਂ ਚੱਲਦੇ ਰਹਾਂਗੇ। ਪਰ ਹਜੇ ਤੱਕ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਹੈਗਾ ਕਿ ਅਸੀਂ ਕਰਨ ਕੀ ਜਾ ਰਹੇ ਹਾਂ। ਸਿਰਫ ਔਰ ਸਿਰਫ ਹਾਂ, ਇਹ ਠੀਕ ਹੈ ਕਿ ਇੱਕ ਮੈਸੇਜ ਦੇਣਾ ਪੰਜਾਬ ਦੇ ਵਿੱਚ, ਹਾਂ ਜੀ ਅਸੀਂ ਦੇਖੋ ਜੀ ਸਾਨੂੰ ਮਿਲਣ ਦਾ ਸਮਾਂ ਮੰਗਿਆ ਸੀਗਾ ਅਤੇ ਨਹੀਂ ਮਿਲਿਆ ਹੈਗਾ ਅਤੇ ਅਸੀਂ ਧਰਨਾ ਦੇਤਾ। ਪਰ ਉਹਦੇ ਨਾਲ ਅਲਟੀਮੇਟਲੀ ਤੁਹਾਡੀ ਸਿਆਸਤ ਤਾਂ ਚਮਕ ਜਾਏਗੀ, ਪਰ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਕਿਸਾਨਾਂ ਦਾ ਕੀ ਫਾਇਦਾ ਹੋਏਗਾ ਉਹਦੇ ਨਾਲ, ਉਹ ਤਾਂ ਦੱਸ ਦੇਣਾ। ਉਹ ਕਹਿੰਦੇ ਕਿ ਅਸੀਂ ਇਸ ਕਰਕੇ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੁਲਾਕਾਤ ਮੰਗੀ ਸੀ ਕਿ ਜਿਹੜੇ ਅਸੀਂ ਬਿੱਲ ਰਿਜੈਕਟ ਕਰਕੇ ਅਮੈਂਡਮੈਂਟ ਕਰਕੇ ਭੇਜੇ ਨੇ ਗਵਰਨਰ ਨੂੰ, ਉਹਨਾਂ ਦੇ ਮੁਤਲਕ ਮੋਹਰ ਲਾਈ ਜਾਵੇ। ਉਹ ਰਾਜਪਾਲ ਨੇ ਸਾਈਨ ਕਰਤੇ ਜੀ ਹਜੇ ਤੱਕ? ਹਜੇ ਤਾਂ ਰਾਜਪਾਲ ਤਾਂ ਨਹੀਂ ਹੋਏ ਹੈਗੇ, ਰਾਸ਼ਟਰਪਤੀ ਕੋਲ ਪਹਿਲਾਂ ਹੀ ਚੱਲੇ ਨੇ। ਸੋ ਇਹ ਜੇ ਦੇਖੋ, ਇੰਨੀ ਹਾਸੋਹੀਣੀ ਸਥਿਤੀ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਆਪਦੀ ਬਣਾ ਰੱਖੀ ਹੈ। ਰਾਜਪਾਲ ਤੋਂ ਹਜੇ ਸਾਈਨ ਨਹੀਂ ਹੋਏ ਹੈਗੇ। ਦੇਖੋ, ਜਿਹੜੀਆਂ ਤੁਸੀਂ ਸਿਸਟਮ ਸਮਝੋ ਕੀ ਹੈ, ਰਾਜਪਾਲ ਕੋਲ ਪਹਿਲਾਂ ਅਪਰੂਵਲ ਹੋਣੀ ਹੈ, ਉਹਦੀ ਐਕਸੈਂਟ ਮਿਲਣੀ ਹੈ। ਜੇ ਉੱਥੋਂ ਮਿਲ ਜਾਂਦੀ ਹੈ, ਜੇ ਮਿਲ ਜਾਂਦੀ ਹੈ ਤਾਂ ਰਾਸ਼ਟਰਪਤੀ ਕੋਲ ਜਾਏਗੀ। ਰਾਸ਼ਟਰਪਤੀ ਦੇਣ ਨਾ ਦੇਣ ਇਹ ਉਹਨਾਂ ਦੀ ਮਰਜ਼ੀ ਹੈ। ਜੇ ਸਪੋਜ਼ ਦੇ ਵੀ ਦਿੰਦੇ ਨੇ ਮਨਜ਼ੂਰੀ, ਅਤੇ ਉਹ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਾਏਗੀ। ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇਹ ਕਲੀਅਰ ਐਸਟੈਬਲਿਸ਼ਡ ਲਾਅ ਹੈ ਕਿ ਜੇ ਇੱਕ ਮਸਲੇ ਦੇ ਉੱਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਜਾਂ ਕੋਈ ਵੀ ਰਾਜ ਸਰਕਾਰ ਕਾਨੂੰਨ ਬਣਾ ਦੇ, ਅਤੇ ਜਿਹੜਾ ਕੇਂਦਰ ਸਰਕਾਰ ਦਾ ਕਾਨੂੰਨ ਹੈ ਉਹ ਮੰਨਿਆ ਜਾਂਦਾ ਹੈ। ਸੋ ਇਸ ਮਸਲੇ ਦੇ ਉੱਪਰ ਦੇ ਵਿੱਚ ਮਤਲਬ ਸੁਪਰੀਮ ਕੋਰਟ ਦਾ ਫੈਸਲਾ ਇਹ ਹੋਏਗਾ ਕਿ ਜੋ ਕੇਂਦਰ ਸਰਕਾਰ ਨੇ ਬਣਾ ਤੇ ਉਹ ਮੰਨੇ ਜਾਣ। ਔਰ ਇਹ ਚੀਜ਼ ਮੈਂ ਨਹੀਂ ਕਹਿ ਰਿਹਾ ਹੈਗਾ, ਇਹ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦਿਨ ਇਹ ਬਿੱਲ ਦੀ ਅਮੈਂਡਮੈਂਟ ਲੈ ਕੇ ਆ ਰਹੇ ਸੀਗੇ, ਉਸ ਦਿਨ ਵਿਧਾਨ ਸਭਾ ਦੇ ਅੰਦਰ ਆਪ ਖੜੇ ਹੋ ਕੇ ਇਹੀ ਗੱਲ ਕਹੀ ਕਿ ਪਹਿਲਾਂ ਰਾਜਪਾਲ, ਫਿਰ ਉਸ ਤੋਂ ਮਗਰੋਂ ਰਾਸ਼ਟਰਪਤੀ, ਫਿਰ ਸੁਪਰੀਮ ਕੋਰਟ ਆਫ ਇੰਡੀਆ ਤੋਂ ਇਹਨਾਂ ਦੀ ਕਦੇ ਮਨਜ਼ੂਰੀ ਮਿਲਦੀ ਹੈ ਕਿ ਨਹੀਂ ਬਣਦੀ ਪਤਾ ਨਹੀਂ। ਇਹ ਬਿੱਲ ਕਦੇ ਕਾਨੂੰਨ ਬਣ ਵੀ ਸਕਣਗੇ ਕਿ ਨਹੀਂ ਬਣ ਸਕਣਗੇ। ਸੋ ਜਿਹੜੀ ਚੀਜ਼ ਦਾ ਉਹਨਾਂ ਨੂੰ ਆਪ ਨੂੰ ਕਲੈਰਿਟੀ ਨਹੀਂ ਹੈਗੀ, ਉਹਦੇ ਉੱਪਰ ਸਿਆਸੀ ਰੋਟੀਆਂ ਕੋਈ ਸੇਕਣ ਲੱਗੇ ਹੋਏ ਨੇ। ਜਿਸ ਦਿਨ ਹੋ ਜਾਂਦਾ ਨਾ ਕਿ ਜਿਹੜੇ ਰਾਜਪਾਲ ਉਹ ਰਾਸ਼ਟਰਪਤੀ, ਉਹ ਸ਼ਾਇਦ ਪਹਿਲੀ ਵਾਰ ਹੋਊਗਾ ਕਿ ਉਹ ਲੱਗਾ ਕਿ ਹਾਂ BJP ਸਰਕਾਰ ਦੇ, BJP ਨੇ ਲਗਾਏ ਨੇ। ਨਹੀਂ, ਇਹ ਇੱਕ ਪਹਿਲੀ ਵਾਰੀ ਥੋੜ੍ਹਾ ਹੋਇਆ ਜੀ। ਇਹ ਤਾਂ ਅੱਜ ਤੋਂ ਕਿ ਤੁਸੀਂ ਕਿੰਨੀ ਵਾਰੀ ਦੇਖ ਲਓ, ਜਿੰਨੀਆਂ ਐਮਰਜੈਂਸੀਆਂ ਲੱਗੀਆਂ ਨੇ ਮੁਲਕ ਦੇ ਵਿੱਚ, ਚਾਹੇ ਕਾਂਗਰਸ ਪਾਰਟੀ ਇੰਦਰਾ ਗਾਂਧੀ ਜੀ ਵੇਲੇ ਦਾ ਸੀਗਾ, ਜਿੰਨੀਆਂ ਐਮਰਜੈਂਸੀ ਲੱਗੀਆਂ ਨੇ, ਲਗਾਉਂਦੀਆਂ ਤਾਂ ਜਿਹੜੀਆਂ ਸਟੇਟ ਸਰਕਾਰਾਂ ਨੇ ਲਗਾਉਂਦੀਆਂ ਤਾਂ ਰਾਸ਼ਟਰਪਤੀ ਤੋਂ ਰਹੀਆਂ ਨੇ ਹਮੇਸ਼ਾ। ਚਾਹੇ ਰਾਸ਼ਟਰਪਤੀ ਰਹੇ ਨੇ, ਚਾਹੇ ਰਾਜਪਾਲ ਰਹੇ ਨੇ, ਉਹ ਇੱਕ ਤਰੀਕੇ ਨਾਲ ਰਾਜ ਕਰਨ ਵਾਲੀ ਸਰਕਾਰ ਦੇ, ਕੇਂਦਰ ਸਰਕਾਰ ਦੇ ਹੀ ਨੁਮਾਇੰਦੇ ਹੁੰਦੇ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਸਮੇਂ ਦੇ ਨਾਲ ਨਾਲ ਇੰਨਾ ਕੁ ਵੱਡੇ ਪੱਧਰ ਦੇ ਉੱਪਰ ਨਿਘਾਰ ਜ਼ਰੂਰ ਆ ਚੁੱਕਿਆ ਕਿ ਜਿਹੜੀ ਪਹਿਲਾਂ ਥੋੜ੍ਹੀ ਬਹੁਤ ਕੌਨਸਟੀਟਿਊਸ਼ਨ ਦੀ, ਸੰਵਿਧਾਨ ਦੀ ਜਾਂ ਇੱਕ ਪੋਲੀਟੀਕਲ ਸ਼ਰਮ ਹਿਆ ਹੁੰਦੀ ਸੀਗੀ ਅੱਖ ਦੀ,
ਉਹ ਚੀਜ਼ਾਂ ਨੇ ਜਿਹੜੀਆਂ ਉਹ ਖਤਮ ਹੋ ਚੁੱਕੀਆਂ। ਹੁਣ ਜਦੋਂ ਦੀ ਇਹ ਸਰਕਾਰ ਆਈ ਹੈ ਕੇਂਦਰ ਦੇ ਵਿੱਚ, ਬੀਜੇਪੀ ਦੀ ਮੋਦੀ ਸਰਕਾਰ ਆ, ਉਦੋਂ ਤਾਂ ਇਹਨਾਂ ਨੇ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਰੱਖੀਆਂ ਨੇ, ਜਿਹੜਾ ਕਿ ਮੈਂ ਸਮਝਦਾ ਕਿ ਮੁਲਕ ਦੇ ਲਈ ਬਹੁਤ ਡੈਮੇਜਿੰਗ ਹੈ। ਜਿੰਨੀਆਂ ਇੰਸਟੀਟਿਊਸ਼ਨ ਸੀਗੀਆਂ, ਜਿੰਨੀਆਂ ਸੰਸਥਾਵਾਂ ਸੀਗੀਆਂ, ਉਹ ਸਾਰੀਆਂ ਦੇ ਸਾਰੀਆਂ ਬੀਜੇਪੀ ਔਰ ਨਰਿੰਦਰ ਮੋਦੀ ਜੀ ਡਿਮੋਲਿਸ਼ ਕਰਨ ਲੱਗੇ ਨੇ, ਖਤਮ ਕਰਨ ਲੱਗੇ ਨੇ, ਜਿਹੜਾ ਕਿ ਬਹੁਤ ਘਾਤਕ ਸਿੱਧ ਹੋਏਗਾ ਕਿਸੇ ਸਮੇਂ। ਲੱਗਦਾ ਕਿ ਤੁਸੀਂ ਵੀ ਕਹਿ ਰਹੇ ਨੇ ਕਿ ਅਸੀਂ ਗਵਰਨਰ ਨੂੰ ਮਿਲਣ ਗਏ ਹੈਗੇ ਤੇ ਸਾਨੂੰ ਇਦਾਂ ਮਿਲੇ ਜਿੱਦਾਂ ਕੈਦੀਆਂ ਨੂੰ ਮਿਲਿਆ ਹੁੰਦੇ ਨੇ, ਰੱਸੀਆਂ ਬੰਨ੍ਹ ਕੇ ਮਿਲੇ ਹੈਗੇ। ਜਿਹੜੀ ਓਪੋਜੀਸ਼ਨ ਹੁੰਦੀ ਨੇ ਉਹ ਜਾ ਕੇ ਗਵਰਨਰ ਨੂੰ ਮਿਲਦੀ ਜਾਂ ਰਾਸ਼ਟਰਪਤੀ ਨੂੰ ਮਿਲਦੀ। ਤੁਸੀਂ ਵੀ ਗਵਰਨਰ ਨੂੰ ਬੜੀ ਵਾਰ ਲੋਕ ਮੁੱਦਿਆਂ 'ਤੇ ਮਿਲੇ ਹੈਗੇ ਕਿਉਂਕਿ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਇਨਸਾਫ ਨਹੀਂ ਕਰੇਗੀ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੱਗਦਾ ਹੈ ਕਿ ਮੋਦੀ ਸਰਕਾਰ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ, ਰਾਸ਼ਟਰਪਤੀ ਨੂੰ ਮਿਲ ਲਓ ਜੀ। ਦੇਖੋ, ਅਸੀਂ ਜਿਨ੍ਹਾਂ ਮੁੱਦਿਆਂ 'ਤੇ ਜਾਂਦੇ ਹਾਂ, ਅਸੀਂ ਜਦੋਂ ਕਿਸੇ ਗੱਲ ਦੀ ਸੁਣਵਾਈ ਨਹੀਂ ਹੁੰਦੀ ਹੈਗੀ, ਸਪੋਜ਼ ਕੋਈ ਸਕਾਲਰਸ਼ਿਪ ਦਾ ਮਸਲਾ ਹੈ, ਸਪੋਜ਼ ਕੋਈ ਹੋਰ ਪਬਲਿਕ ਇਸ਼ੂ ਹੈ ਜਿਹਦੇ ਵਾਸਤੇ ਗਵਰਨਰ ਕੋਲ ਜਾਂਦੇ ਹਾਂ, ਅਸੀਂ ਲੋਕ ਵੀ ਜਾਂਦੇ ਹਾਂ, ਉਹ ਇਸ ਕਰਕੇ ਜਾਂਦੇ ਹਾਂ ਵੀ ਸ਼ਾਇਦ ਜਦੋਂ ਗਵਰਨਰ ਸਾਹਿਬ ਕੋਲੋਂ ਸਟੇਟ ਗਵਰਨਮੈਂਟ ਨਾਲ ਮਸਲਾ ਟੇਕਅਪ ਹੋਏਗਾ ਤੇ ਉਹਦੇ ਉੱਪਰ ਕੋਈ ਨਾ ਕੋਈ ਸੁਣਵਾਈ ਹੋ ਜਾਏਗੀ। ਅਸੀਂ ਗਵਰਨਰ ਸਾਹਿਬ ਕੋਲੋਂ ਕਦੋਂ ਕਿਸੇ ਕਾਨੂੰਨ ਦੀ ਤਬਦੀਲੀ ਵਾਸਤੇ ਗਏ ਜੀ? ਦੱਸੋ ਮੈਨੂੰ ਇੱਕ ਮਿੰਟ। ਇਹ ਹੁਣ ਕੈਪਟਨ ਸਾਹਿਬ ਚੱਲੇ ਨੇ ਕੇਂਦਰ ਸਰਕਾਰ ਦੇ ਕਾਨੂੰਨ ਦੇ ਕੇਂਦਰ ਸਰਕਾਰ ਵੱਲੋਂ ਬਣਾਏ ਹੋਏ ਕਾਨੂੰਨ ਦੀ ਤਬਦੀਲੀ ਵਾਸਤੇ। ਹਾਊ ਇਜ਼ ਇਟ ਪੋਸੀਬਲ? ਕਿਵੇਂ ਸੰਭਵ ਹੈ ਇਹ? ਸੋ ਇਸ ਕਰਕੇ ਹਾਂ, ਤੁਸੀਂ ਜਿਹੜੇ ਕੋਈ ਹੋਰ ਇਸ਼ੂਜ਼ ਨੇ, ਜਿਸ ਤਰੀਕੇ ਦੇ ਨਾਲ ਫੈਡਰਲ ਸਟਰਕਚਰ ਨੂੰ ਢਾਹ ਕੇਂਦਰ ਸਰਕਾਰ ਵੱਲੋਂ ਲਾਈ ਜਾ ਰਹੀ ਹੈ, ਉਹ ਤੁਸੀਂ ਰਾਸ਼ਟਰਪਤੀ ਸਾਹਿਬ ਕੋਲ ਚੱਕਣਾ, ਬਿਲਕੁਲ ਠੀਕ ਹੈ, ਚੱਕਣਾ ਚਾਹੀਦਾ। ਇਕੱਲੇ ਪੰਜਾਬ ਕੀ ਸਾਰੀਆਂ ਸਟੇਟਾਂ ਨੂੰ ਜਾ ਕੇ ਚੱਕਣਾ ਚਾਹੀਦਾ। GST ਦਾ ਰਿਫੰਡ ਨਹੀਂ ਹੋ ਰਿਹਾ ਹੈਗਾ, ਤੁਸੀਂ ਉਹ ਇੱਕ ਸਿੰਬੋਲਿਕ ਮੈਸੇਜ ਹੁੰਦਾ, ਉਹਦਾ ਵੀ ਲੰਬਾ ਚੌੜਾ ਕਦੇ ਕੋਈ ਫਾਇਦਾ ਨਹੀਂ ਹੁੰਦਾ ਹੈਗਾ, ਪਰ ਉਹ ਇੱਕ ਮੈਸੇਜ ਦੇਣਾ ਹੁੰਦਾ ਕਿ ਹਾਂ ਸਾਨੂੰ ਇਹ ਤਕਲੀਫ ਹੈ। ਉਹ ਸਿਰਫ ਜਾ ਕੇ ਦਰਦ ਸੁਣਾਉਣ ਵਾਲੀ ਗੱਲ ਹੈ ਜਿਹੜੀ ਉਹ ਹੁੰਦੀ ਹੈ, ਪਰ ਤੁਸੀਂ ਉੱਥੇ ਜਾ ਕੇ ਕਹੋ ਜੀ ਕਾਨੂੰਨ ਦੀ ਬਦਲੀ ਕਰਾ ਦਿਓ। ਉਹਨਾਂ ਕਾਨੂੰਨਾਂ ਦੇ ਪਰ ਸਾਈਨ ਤਾਂ ਰਾਸ਼ਟਰਪਤੀ ਸਾਹਿਬ ਦੇ ਆਪਦੇ ਹੋਏ ਨੇ, ਸੋ ਕਿਉਂ ਗੁੰਮਰਾਹ ਕਰਨ ਲੱਗੀ ਹੋਈ ਹੈ ਪੰਜਾਬ ਸਰਕਾਰ? ਪ੍ਰਧਾਨ ਮੰਤਰੀ ਨੂੰ ਮਿਲਣ ਦਾ ਕੋਈ ਫਾਇਦਾ ਹੈਗਾ ਇਹ? ਦੇਖੋ, ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦਾ ਨੋ ਡਾਊਟ, ਜਿਸ ਤਰੀਕੇ ਦੀ ਜ਼ਿੱਦ ਹੱਠ ਉਹਨਾਂ ਨੇ ਫੜੀ ਹੋਈ ਹੈ ਤੇ ਉਹਨਾਂ ਦਾ ਸ਼ੁਰੂ ਤੋਂ ਇਹ ਰਿਹਾ ਕਿ ਜਿਹੜਾ ਫੈਸਲਾ ਕਰ ਲਿਆ ਗਲਤ ਹੋਵੇ ਸਹੀ ਹੋਵੇ ਤਾਂ ਉਹ ਤੋਂ ਮਗਰੋਂ ਨਹੀਂ ਹਟਦੇ ਹੈਗੇ। ਪ੍ਰਧਾਨ ਮੰਤਰੀ ਨੂੰ ਮਿਲਣ ਦਾ ਫਾਇਦਾ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਜੀ ਜੋ ਤੁਸੀਂ ਸੋਚ ਰਹੇ ਹੋ, ਸਿਰਫ ਕੱਲਾ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਸੋਚ ਰਹੇ ਹੋ। ਕਾਰਪੋਰੇਟ ਘਰਾਣਿਆਂ ਦੀ ਬਜਾਏ ਥੋੜ੍ਹਾ ਬਹੁਤ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਵੀ ਸੋਚੋ। ਇਹ ਪੰਜਾਬ ਦੇ ਕਿਸਾਨ ਉਹ ਨੇ ਜਿਨ੍ਹਾਂ ਨੇ ਕਿਸੇ ਸਮੇਂ ਦੌਰਾਨ ਪੂਰੇ ਮੁਲਕ ਦਾ ਪੇਟ ਹੈ ਜਿਹੜਾ ਉਹ ਭਰਿਆ। ਉਹ ਫਿਰ ਵੀ ਪੋਲੀਟੀਕਲ ਬੰਦੇ ਨੇ, ਉਹ ਇੱਕ ਰਾਜ ਕਰਨ ਵਾਲੀ ਪਾਰਟੀ। ਇਹ ਫੈਸਲਾ ਜਿਹੜਾ ਉਹ ਉਹਨਾਂ ਵੱਲੋਂ ਹੋਇਆ। ਕੱਲ੍ਹ ਨੂੰ ਫੇਰ, ਅੱਜ ਨਾ ਸਹੀ 3 ਸਾਲਾਂ ਨੂੰ ਫੇਰ ਮੁੜ ਕੇ ਦੁਬਾਰਾ ਉਹਨਾਂ ਨੇ ਵੋਟਾਂ ਮੰਗਣ ਆਪਦੇ ਪਾਰਲੀਮੈਂਟ ਵਾਸਤੇ ਜਾਣਾ ਹੈ। ਸ਼ਾਇਦ ਥੋੜ੍ਹਾ ਬਹੁਤ ਉਹਨਾਂ ਦੇ ਮਨ ਦੇ ਵਿੱਚ ਕੋਈ ਤਬਦੀਲੀ ਆ ਜਾਏ ਤੇ ਕੋਈ ਤਰਮੀਮ ਹੈ ਜਿਹੜੀ ਉਹ ਹੋ ਜੇ, ਉੱਥੇ ਤਾਂ ਮਾੜਾ ਮੋਟਾ ਬੈਨੀਫਿਟ ਹੋ ਸਕਦਾ ਹੈ। ਪਰ ਰਾਸ਼ਟਰਪਤੀ ਸਾਹਿਬ ਜਿਨ੍ਹਾਂ ਕੋਲ ਕੋਈ ਤਰਮੀਮ ਕਰਨ ਦੀ ਤਾਕਤ ਹੀ ਨਹੀਂ ਹੈਗੀ, ਉਹਨਾਂ ਕੋਲ ਜਾਣ ਦਾ ਪਰਪਸ ਕੀ ਹੈ, ਲੌਜਿਕ ਕੀ ਹੈ, ਇਹ ਸਾਡੇ ਤਾਂ ਸਮਝ ਤੋਂ ਬਾਹਰ। ਗਵਰਨਰ ਨੂੰ ਮਿਲਣਾ, ਰਾਸ਼ਟਰਪਤੀ ਨੂੰ ਮਿਲਣਾ, ਇੱਕ ਸਿੰਬੋਲਿਕ ਪ੍ਰੋਟੈਸਟ ਹੁੰਦਾ ਜੀ। ਉਹ ਪ੍ਰੋਟੈਸਟ ਦੇ ਵਿੱਚ ਆਮ ਆਦਮੀ ਪਾਰਟੀ ਕਿਉਂ ਭੱਜ ਰਹੀ ਹੈਗੀ ਹੈ? ਇਹ ਪ੍ਰੋਟੈਸਟ ਹੈ ਜਿਹੜਾ, ਇਹ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਕਿਉਂ ਨਹੀਂ ਹੋ ਸਕਦਾ ਹੈਗਾ? ਮੈਂ ਇਸ ਗੱਲ ਦਾ ਜਵਾਬ ਚਾਹੁੰਦਾ। ਸਰਕਾਰ ਕਹਿ ਰਹੀ ਕਿ ਜੇ ਨਰਿੰਦਰ ਤੋਮਰ ਕਿਸਾਨਾਂ ਨੂੰ ਬੁਲਾ ਕੇ ਮੀਟਿੰਗ ਨਹੀਂ ਬੈਠਦੇ ਸਾਨੂੰ ਕਿੱਥੋਂ ਬੁਲਾ ਲੈ ਲੈਣਗੇ? ਤੇ ਫਿਰ ਰਾਸ਼ਟਰਪਤੀ ਕੋਲ ਜਾਣ ਦਾ ਵੀ ਕੀ ਫਾਇਦਾ ਜੀ? ਫਿਰ ਲੋਕਾਂ ਦੇ ਹੁਣ ਉਸ ਦਿਨ 3 ਕਾਲੇ ਕਾਨੂੰਨਾਂ ਦੇ ਖਿਲਾਫ ਅਮੈਂਡਮੈਂਟਸ ਨੇ ਜਿਹੜੀਆਂ ਉਹ ਕੀਤੀਆਂ। ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਦੇ ਵਿੱਚ ਕਹਿ ਰਹੇ ਨੇ ਕਿ ਪਤਾ ਨਹੀਂ ਇਹ ਕਾਨੂੰਨ ਕਦੇ ਬਣਨਗੇ ਕਿ ਨਹੀਂ ਬਣਨਗੇ। ਅਗਲੇ ਦਿਨ ਸਾਰੇ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਫੋਟੋਆਂ ਵਾਲੇ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਖਜ਼ਾਨੇ ਦੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਪਤਾ ਨਹੀਂ ਕਿੱਡਾ ਕੁ ਅਸੀਂ ਮੱਲ ਹੈ ਜਿਹੜੀ ਉਹ ਮਾਰ ਲਈ, ਸਿਰਫ ਔਰ ਸਿਰਫ ਜਿਹੜੀਆਂ ਆਪਦੀਆਂ ਪੌਣੇ 4 ਸਾਲ ਦੀਆਂ ਨਾਕਾਮਯਾਬੀਆਂ ਸੀਗੀਆਂ ਉਹਨਾਂ ਨੂੰ ਛੁਪਾਉਣ ਦੇ ਲਈ ਤੁਸੀਂ ਪੋਲੀਟੀਕਲ ਸ਼ੋਸ਼ੇਬਾਜ਼ੀ ਦੇ ਵਿੱਚ ਪੈ ਜਾਓ। ਇਹ ਚੀਜ਼ ਸਾਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ। ਪਰ ਉਹ ਸਰਕਾਰ ਤਾਂ ਕਹਿ ਰਹੀ ਕਿ ਜਿਹੜੇ ਨਹੀਂ ਜਾਣਗੇ ਉਹ ਪੰਜਾਬ ਦੇ ਗਦਾਰ ਹੋਣਗੇ। ਉਹ ਤਾਂ ਉਹਨਾਂ ਦਾ ਕੰਮ ਹੀ ਇਹੀ ਹੈ। ਉਹ ਤੁਸੀਂ ਜਾਣ ਵਾਲੇ ਨੇ ਜਿਹੜੇ, ਉਹ ਹਾਸਲ ਕੀ ਕਰ ਲੈਣਗੇ ਮੈਨੂੰ ਇਹ ਸਮਝਾ ਦੇਣਾ। ਉਸ ਦਿਨ ਵੀ ਇਹਨਾਂ ਨੇ ਗੱਲ ਇੱਥੋਂ ਹੀ ਸ਼ੁਰੂ ਕੀਤੀ ਸੀਗੀ ਜਿਸ ਦਿਨ ਵਿਧਾਨ ਸਭਾ ਦਾ ਸੈਸ਼ਨ ਸੀਗਾ ਕਿ ਜਿਹੜਾ ਅੱਜ ਇਸ ਬਿੱਲ ਦੇ ਨਾਲ ਨਹੀਂ ਖੜੂਗਾ ਉਹ ਪੰਜਾਬ ਦਾ ਗਿਦਾਰ ਹੋਊਗਾ, ਉਹ ਬੀਜੇਪੀ ਦੀ B ਟੀਮ ਹੋਊਗੀ। ਉਹ ਭਾਈ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਨੰਬਰ 1 ਉਹ ਕਾਨੂੰਨ ਬਣ ਗਏ? ਜੇ ਬਣ ਗਏ ਤਾਂ ਉਹਦਾ ਸੋਲਿਊਸ਼ਨ ਕੀ ਹੋਣਾ? ਹੁਣ ਉਹ ਕਾਨੂੰਨਾਂ ਦੇ ਨਾਲ ਹੋਇਆ ਕੀ ਹੈ? ਉਹਦੇ ਨਾਲ ਇਹ ਹੋ ਗਿਆ ਕਿ ਜੀ ਕੇਂਦਰ ਸਰਕਾਰ ਨੇ ਹੌਲੀ ਹੌਲੀ ਸਾਲ 6 ਮਹੀਨਿਆਂ ਨੂੰ 2 ਸਾਲ ਨੂੰ ਕਣਕ ਝੋਨੇ ਦੀ ਖਰੀਦ ਤੋਂ ਪਿੱਛੇ ਹਟ ਜਾਣਾ। ਪ੍ਰਾਈਵੇਟ ਉਸ ਦਿਨ ਅਮੈਂਡਮੈਂਟਸ ਕਰਨ ਦੇ ਨਾਲ ਕਿ ਜੇ ਕੋਈ ਪ੍ਰਾਈਵੇਟ ਪਲੇਅਰ MSP ਤੋਂ ਘੱਟ ਖਰੀਦੇਗਾ ਤੇ ਉਹਨੂੰ 3 ਸਾਲ ਦੀ ਸਜ਼ਾ ਹੋ ਜੂਗੀ। ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ। ਕੇਂਦਰ ਸਰਕਾਰ ਨੇ ਪਿੱਛੇ ਹਟ ਜਾਣਾ। ਪ੍ਰਾਈਵੇਟ ਪਲੇਅਰ ਇਸ ਕਰਕੇ ਨਹੀਂ ਖਰੀਦੂਗਾ ਕਿ ਮੈਨੂੰ 3 ਸਾਲ ਦੀ ਸਜ਼ਾ ਨਾ ਹੋਵੇ, ਤੇ ਸਾਡੇ ਕੋਲੇ ਪੰਜਾਬ ਸਰਕਾਰ ਕਹਿੰਦੀ ਸਾਡੇ ਕੋਲ ਪੈਸੇ ਨਹੀਂ ਹੈਗੇ, ਤੇ ਕਣਕ ਝੋਨਾ ਖਰੀਦੂ ਕੌਣ? ਅਸੀਂ ਕਹਿੰਦੇ ਮਸਲੇ ਦਾ ਹੱਲ ਕਰੋ,
ਉਹ ਕਹਿੰਦੇ ਅਸੀਂ ਡਰਾਮੇਬਾਜ਼ੀ ਕਰਾਂਗੇ। ਸੋ ਇਸ ਕਰਕੇ ਉਹ ਤਾਂ ਠੀਕ ਹੈ, ਭਵਿੱਖ ਦੇ ਵਿੱਚ ਇਹ ਲੋਕੀ ਇਹ ਤੇ ਸ਼ੰਕੇ, ਇਸ ਸ਼ੰਕਿਆ ਦੇ ਕਰਕੇ ਤੇ ਨਰਿੰਦਰ ਮੋਦੀ ਸਾਹਿਬ ਦਾ ਹੋ ਰਹੇ ਨੇ, ਵਿਰੋਧ ਹੋ ਰਿਹਾ। ਪਰ ਮਸਲਾ ਕਿ ਤੁਹਾਨੂੰ ਲੱਗਦਾ ਨਹੀਂ ਕੱਲ ਸਾਰੀਆਂ ਪਾਰਟੀਆਂ ਨੂੰ ਅਕਰੋਸ ਦਾ ਪਾਰਟੀ ਜਾਣਾ ਚਾਹੀਦਾ, ਕਿਉਂਕਿ ਕਾਂਗਰਸ ਦਾ ਮਸਲਾ ਨਹੀਂ ਗਾ, 117 MLA ਦਾ ਮਸਲਾ ਨਹੀਂ, ਇਹ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਦਾ ਮਸਲਾ ਹੈਗਾ, ਕਿਉਂਕਿ ਲੋਕਾਂ ਨੇ 117 ਚੁਣ ਕੇ ਭੇਜੇ, ਆਪਣੀ ਆਵਾਜ਼ ਚੁਣ ਕੇ ਭੇਜੀ ਹੈ। ਅਤੇ ਉਸ ਆਵਾਜ਼ ਦੇ ਪਿੱਛੋਂ ਆਮ ਆਦਮੀ ਪਾਰਟੀ ਕਹਿ ਰਹੀ ਕਿ ਨਹੀਂ, ਉੱਥੇ ਜਾ ਕੇ ਮਿਲਣਾ ਕੀ ਹੈਗਾ, ਪ੍ਰਧਾਨ ਮੰਤਰੀ ਕੋਲ ਜਾਈਏ ਅਤੇ ਅਸੀਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ। ਬਿਲਕੁਲ। ਅਤੇ ਰਾਸ਼ਟਰਪਤੀ ਵੀ ਤਾਂ ਉਹਨਾਂ ਦਾ ਹੀ ਹੈ, ਰਾਸ਼ਟਰਪਤੀ ਸਾਹਿਬ ਉਹ ਅਮੈਂਡਮੈਂਟ ਕਰ ਸਕਦੇ ਨੇ ਬਿੱਲ ਦੇ ਵਿੱਚ, ਕਾਨੂੰਨ ਜਿਹੜਾ ਬਣ ਚੁੱਕਿਆ ਉਹਨਾਂ ਦੇ ਸਾਈਨਾਂ ਨਾਲ ਬਣ ਚੁੱਕਿਆ। ਤੁਸੀਂ ਮੈਨੂੰ ਜਗਤਾਰ ਜੀ ਦੇਖੋ, ਕਾਂਗਰਸ ਪਾਰਟੀ ਦੀਆਂ ਗੱਲਾਂ ਦੇ ਵਿੱਚ ਆਉਣ ਦਾ ਨਾ ਮੀਡੀਆ ਨੂੰ ਨਾ ਲੋਕਾਂ ਨੂੰ ਫਾਇਦਾ ਕੋਈ ਨਹੀਂ ਹੈਗਾ। ਮੈਨੂੰ ਤੁਸੀਂ 73 ਸਾਲਾਂ ਦੀ ਇੱਕ ਐਗਜ਼ਾਮਪਲ ਦੱਸ ਦਿਓ ਕਿ ਜਦੋਂ ਰਾਸ਼ਟਰਪਤੀ ਨੇ ਆਪਦੇ ਬਣਾਏ ਹੋਏ ਕਾਨੂੰਨ ਨੂੰ ਉਲਟਾ, ਇਹ ਪੋਸੀਬਲ ਹੀ ਨਹੀਂ ਹੈਗਾ, ਸੰਭਵ ਹੀ ਨਹੀਂ ਹੈਗਾ। ਇਹ ਜੇ ਜਾਣਾ ਸੀਗਾ ਤੇ ਪਹਿਲਾਂ ਜਾਂਦੇ, ਜਦੋਂ ਆਰਡੀਨੈਂਸ ਆਏ ਨੇ ਉਦੋਂ ਤਾਂ ਫਾਰਮ ਹਾਊਸ ਦੇ ਉੱਪਰ ਬੈਠੀ ਰਹੀ ਸਾਰੀ ਸਰਕਾਰ, ਉਦੋਂ ਨਾ ਪ੍ਰਧਾਨ ਮੰਤਰੀ ਕੋਲੇ ਗਏ, ਉਦੋਂ ਨਾ ਰਾਸ਼ਟਰਪਤੀ ਕੋਲੇ ਗਏ, ਉਦੋਂ ਕਿਸੇ ਕੋਲ ਨਹੀਂ ਗਏ ਹੈਗੇ। 24 ਜੂਨ ਨੂੰ ਆਲ ਪਾਰਟੀ ਮੀਟਿੰਗ ਸੀਗੀ, ਉਹਦੇ ਵਿੱਚ ਅਸੀਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ CM ਸਾਹਿਬ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਪਿੱਛੇ ਲੱਗਦੇ ਹਾਂ। ਸਾਰੇ ਆਪਾਂ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲ ਚਲੇ। 24 ਜੂਨ ਤੋਂ ਹੁਣ 24 ਨਵੰਬਰ ਹੋਣ ਵਾਲਾ ਆ ਗਿਆ, ਹਜੇ ਤੱਕ ਕਿਸੇ ਤੋਂ ਟਾਈਮ ਨਹੀਂ ਮੰਗਿਆ ਹੈਗਾ। ਤੇ ਜੋ ਹੁਣ ਕਾਨੂੰਨ ਬਣਨ ਤੋਂ ਮਗਰੋਂ ਟਾਈਮ ਮੰਗ ਰਹੇ ਨੇ ਤੇ ਉਸ ਬੰਦੇ ਤੋਂ ਮੰਗ ਰਹੇ ਨੇ ਜਿਹੜਾ ਉਹ 'ਚ ਕੁਝ ਨਹੀਂ ਸਕਦਾ ਹੈਗਾ। ਸੋ ਪਰ ਇਹ ਦੇਖਣਾ ਕਿ ਰਾਸ਼ਟਰਪਤੀ ਜਿਹੜਾ ਬੰਦਾ ਫਾਂਸੀ ਦੀ ਸਜ਼ਾ ਮਾਫ ਕਰ ਸਕਦਾ, ਉਹਨੂੰ ਤੇ ਇਹਨਾਂ ਤੇ ਸਾਜ਼ ਕਰਵਾਇਆ ਜਾ ਸਕਦਾ ਨਾ, ਰਲ ਮਿਲ ਕੇ ਪੰਜਾਬ ਦੇ 117 ਕਿ ਭਈ ਤੁਹਾਡੇ ਜਿਹੜੇ ਤੁਸੀਂ ਕਾਲੇ ਕਾਨੂੰਨਾਂ ਤੇ ਸਿਗਨੇਚਰ ਕੀਤੇ ਨੇ ਉਹ ਪੂਰਾ ਪੰਜਾਬ ਹੀ ਫਾਇਲ ਆਤਾ। ਫਾਂਸੀ ਦੀ ਸਜ਼ਾ ਮਾਫ ਕਰ ਸਕਦਾ ਕਿਉਂਕਿ ਉਹ ਕਨਸਟੀਟਿਊਸ਼ਨ ਆਫ ਇੰਡੀਆ, ਭਾਰਤ ਦੇ ਸੰਵਿਧਾਨ ਦੇ ਵਿੱਚ ਉਹਦਾ ਪ੍ਰਾਵਧਾਨ ਹੈਗਾ, ਉਹਦੀ ਪ੍ਰੋਵੀਜ਼ਨ ਹੈਗੀ। ਇਹ ਪ੍ਰੋਵੀਜ਼ਨ ਕਿੱਥੇ, ਮੈਨੂੰ ਇੱਕ ਦਿਖਾ ਦੇ ਕਾਂਗਰਸ ਪਾਰਟੀ ਦੇ ਕੈਪਟਨ ਸਾਹਿਬ ਕਿ ਕੇਂਦਰ ਵੱਲੋਂ ਬਣਾਏ ਹੋਏ ਕਾਨੂੰਨ, ਪਾਰਲੀਮੈਂਟ, ਦੋਨੋਂ ਪਾਰਲੀਮੈਂਟਾਂ ਵੱਲੋਂ ਪਾਸ ਕੀਤੇ ਹੋਏ ਕਾਨੂੰਨ, ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ ਜਿਹੜੇ ਕਾਨੂੰਨ ਬਣ ਗਏ ਹੁਣ, ਉਹਨੂੰ ਉਲਟਾ ਕਿਵੇਂ ਸਕਦੇ ਨੇ, ਚੇਂਜਸ ਕਿਵੇਂ ਕਰ ਸਕਦੇ। ਮੈਨੂੰ ਇੱਕ ਐਗਜ਼ਾਮਪਲ ਦੇ ਦਿਓ। ਆਪਾਂ ਦੇਖੋ, ਪਲੀਜ਼ ਟਰਾਈ ਟੂ ਅੰਡਰਸਟੈਂਡ, ਜੇ ਤਾਂ ਸਿਰਫ ਔਰ ਸਿਰਫ ਇਹ ਗੱਲਾਂ ਕਰਨੀਆਂ ਨੇ ਆਪਾਂ ਤੇ ਪੋਲੀਟੀਕਲ ਪਾਰਟੀਆਂ ਦਾ ਮਕਸਦ ਸਿਰਫ ਇਹ ਹੋਵੇ ਵੀ ਹਾਂ ਜੀ ਲੋਕਾਂ ਨੂੰ ਬੇਵਕੂਫ ਬਣਾਓ, ਗੋਲ ਗੱਲਾਂ ਕਰੋ ਤੇ ਵੋਟਾਂ ਲੈ ਕੇ ਮੁੜ ਕੇ ਪਾਰ ਜਾਓ, ਉਹ ਕੰਮ ਭਰਾਵਾ ਸਾਡੇ ਤੋਂ ਤਾਂ ਹੁੰਦਾ ਨਹੀਂ ਹੈਗਾ, ਨਾ ਅਸੀਂ ਕਰਦੇ ਹਾਂ, ਨਾ ਸਾਨੂੰ ਕਰਨ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸਤ ਤੇ ਲਿਸ਼ਕਾ ਰਹੇ ਨੇ। ਹੋਰ ਕੀ ਹੋ ਰਿਹਾ ਦੱਸੋ ਮੈਨੂੰ ਲੌਜਿਕ ਸਮਝਾ ਦੇਣਾ ਵੀ ਪ੍ਰਧਾਨ ਮੰਤਰੀ ਕੋਲ ਨਾ ਜਾ ਕੇ ਰਾਸ਼ਟਰਪਤੀ ਕੋਲ ਜਾਣ ਦਾ ਮਕਸਦ ਕੀ ਹੈ? ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦਾ ਹੈ। ਜਾਂ ਤਾਂ ਇਹ ਪ੍ਰਧਾਨ ਮੰਤਰੀ ਸਾਹਿਬ ਨਾਲ ਇਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਜਿਹੜੀ ਉਹ ਹੋ ਚੁੱਕੀ ਕਿ ਅਸੀਂ ਜੀ ਆਪਦੀ ਡਰਾਮੇਬਾਜ਼ੀ ਕਰਾਂਗੇ, ਤੁਹਾਡੇ ਕੋਲੇ ਆਉਂਦੇ ਨਹੀਂ ਹੈਗੇ, ਉਹਨਾਂ ਕਹਿੰਦਾ ਠੀਕ ਹੈ ਮੇਰੇ ਕੋਲ ਬਣਨ ਦੀ ਲੋੜ ਨਹੀਂ ਹੈਗੀ, ਜਾਂ ਇਹ ਉਹ ਤੋਂ ਡਰਦੇ ਨੇ। ਗੱਲਾਂ ਦੋ ਹੀ ਨੇ, ਹੋਰ ਤੀਜੀ ਗੱਲ ਨਹੀਂ ਹੈਗੀ। ਡਰ ਕਿਸ ਚੀਜ਼ ਦਾ? ਇਹ ਤਾਂ ਇਹੀ ਦੱਸ ਸਕਦੇ ਨੇ, ਇਹ ਤਾਂ ਇਹੀ ਦੱਸ ਸਕਦੇ ਨੇ, ਮੈਂ ਕੀ ਦੱਸ ਸਕਦਾ। ਅਸੀਂ ਜਦੋਂ ਪ੍ਰਧਾਨ ਮੰਤਰੀ ਦੇ ਘਰ ਦੇ ਦਰਵਾਜ਼ੇ ਬੰਦ ਨੇ। ਨਹੀਂ ਦੇਖੋ, ਬੰਦ ਤਾਂ ਹੁੰਦੇ ਹੀ ਨੇ। ਜਿਸ ਤਰੀਕੇ ਦਾ ਰਵੱਈਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਨੇ ਅਡੋਪਟ ਕੀਤਾ ਹੋਇਆ ਹੈ, ਦਰਵਾਜ਼ੇ ਤਾਂ ਉਹਨਾਂ ਦੇ ਸ਼ਾਇਦ ਦੂਜੀਆਂ ਪਾਰਟੀਆਂ ਲਈ ਕੀ, ਆਪਦੀ ਪਾਰਟੀ ਦੇ ਕਈ ਲੀਡਰਾਂ ਲਈ ਸ਼ਾਇਦ ਦਰਵਾਜ਼ੇ ਬੰਦ ਹੋਣ। ਪਰ ਇਹਦਾ ਮਤਲਬ ਇਹ ਥੋੜ੍ਹਾ ਹੀ ਹੈ ਕਿ ਇੱਕ ਰਾਜ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਤੁਸੀਂ ਇੱਕ ਸਭ ਤੋਂ ਪੁਰਾਣੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਹੋਣ ਦੇ ਨਾਤੇ ਵੀ ਤੁਸੀਂ ਉਹਨਾਂ ਦੇ ਬਾਹਰ ਨੂੰ ਜਾ ਕੇ ਖੜਕਾ ਵੀ ਨਾ ਸਕੋ ਕਿ ਭਾਈ ਦਰਵਾਜ਼ਾ ਖੋਲ੍ਹੋ, ਅਸੀਂ ਕੋਈ ਗੱਲ ਕਰਨ ਆਏ ਹਾਂ। ਦਰਵਾਜ਼ਾ ਤਾਂ ਖੜਕਾਉਣ ਲਈ ਜਾਓ, ਉਹ ਵੀ ਨਹੀਂ ਜਾਂਦੇ ਹੈਗੇ। ਇਸ ਚੀਜ਼ ਦੀ ਤਕਲੀਫ ਹੈ ਸਾਨੂੰ। ਪਰ ਮੈਨੂੰ ਤਾਂ ਲੱਗਦਾ ਕਿ ਮਤਭੇਦ ਹੋ ਸਕਦੇ, ਕਿਉਂਕਿ ਤੁਹਾਡੀ ਆਮ ਆਦਮੀ ਪਾਰਟੀ ਉਹ ਕਾਂਗਰਸ ਪਾਰਟੀ ਹੈ, ਪਰ ਮਸਲਾ ਹੈ ਕਿ ਗਲਤ ਰੀਤ ਪੈ ਰਹੀ ਹੈਗੀ ਹੈ ਕਿ ਇੱਕ ਰਾਸ਼ਟਰਪਤੀ ਚੁਣੇ ਹੋਏ ਲੋਕਾਂ ਦੇ ਨੁਮਾਇੰਦਿਆਂ ਨੂੰ ਤੇ ਉਹਨਾਂ ਨੁਮਾਇੰਦਿਆਂ ਦੇ ਮੁੱਖ ਮੰਤਰੀ ਉਹਨਾਂ ਨਾਲ ਮਿਲੇ ਜੀ। ਨਹੀਂ, ਮੈਂ ਤਾਂ ਬਿਲਕੁਲ ਕਹਿਣਾ ਜੀ ਇਹ ਰੀਤ ਗਲਤ ਹੈ। ਇਹ ਮਿਲਣਾ ਚਾਹੀਦਾ ਸੀਗਾ, ਉਹਨਾਂ ਨੂੰ ਮਿਲਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈਗਾ। ਕੋਈ ਹੱਲ ਹੋਵੇ ਨਾ ਹੋਵੇ ਉਹ ਸਾਨੂੰ ਪਤਾ ਹੈ ਕਿ ਨਹੀਂ ਹੋਣਾ ਹੈਗਾ ਹੱਲ ਰਾਸ਼ਟਰਪਤੀ ਤੋਂ, ਪਰ ਮਿਲਣ ਦਾ ਜਿਹੜਾ ਦੇਖੋ, ਜਦੋਂ ਪੋਲੀਟੀਕਲ ਰਿਪਰੈਜ਼ੈਂਟੇਟਿਵ ਹੁੰਦੇ ਨੇ, ਜਿਹੜੇ ਨੁਮਾਇੰਦੇ ਹੁੰਦੇ ਨੇ, ਉਹ ਰਾਜਪਾਲ ਨੂੰ ਵੀ ਤੇ ਰਾਸ਼ਟਰਪਤੀ ਨੂੰ ਵੀ ਇੰਨੀ ਕੁ ਤਾਂ ਮੈਗਨੈਨਿਮਿਟੀ, ਇੰਨਾ ਕੁ ਵੱਡਾ ਦਿਲ, ਇੰਨੀ ਕੁ ਦਰਿਆਦਿਲੀ ਤੇ ਇੰਨਾ ਕੁ ਮਿਊਚੁਅਲ ਰਿਸਪੈਕਟ ਔਰ ਰਿਗਾਰਡ ਦਿਖਾਉਣਾ ਚਾਹੀਦਾ ਅਕ੍ਰੋਸ ਪੋਲੀਟੀਕਲ ਲਾਈਨਸ ਕਿ ਜੇ ਕੋਈ ਟਾਈਮ ਮੰਗਦਾ ਤਾਂ ਉਹਨੂੰ ਦੱਸਿਆ ਵੀ ਜਾ, ਉਹਨੂੰ ਮਿਲਿਆ ਵੀ ਜਾਵੇ, ਉਹਦੀ ਗੱਲ ਸੁਣੀ ਵੀ ਜਾਵੇ ਤੇ ਜਿੰਨਾ ਕੁ ਬੰਦਾ ਕਰ ਸਕਦਾ ਹੋਵੇ ਉਹਨਾਂ ਕੁ ਕਰ ਲੇ। ਪਰ ਨਾ ਮਿਲਣਾ, ਮੈਂ ਸਮਝਦਾ ਕਿ ਇਹ ਜੋ ਕੇਂਦਰ ਸਰਕਾਰ ਦਾ ਔਰ BJP ਦਾ ਇੱਕ ਐਰੋਗੈਂਸ ਵਾਲਾ, ਇੱਕ ਹੰਕਾਰ ਵਾਲਾ ਰਵੱਈਆ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ, ਇਹ ਵੀ ਉਸੇ ਦਾ ਹੀ ਇੱਕ ਕੜੀ ਹੈ। ਲੱਗਦਾ ਕਿ ਜੇ ਹੁਣ ਕੈਪਟਨ ਸਾਹਿਬ ਨੇ ਰਾਸ਼ਟਰਪਤੀ ਕੋਲ ਟਾਈਮ ਮੰਗਿਆ ਸੀ, ਉਹਨਾਂ ਨਹੀਂ ਦਿੱਤਾ ਗਾ, ਹੁਣ ਪ੍ਰਧਾਨ ਮੰਤਰੀ ਦੇ ਘਰ ਨੂੰ ਜਾਣ ਵਾਲਾ ਦਰਵਾਜ਼ਾ ਬੰਦ ਹੋ ਗਿਆ। ਨਹੀਂ, ਬੰਦ ਕਿਵੇਂ? ਕਿ ਉਹ ਤਾਂ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹੂਗਾ, ਉਹ ਤਾਂ ਦਰਵਾਜ਼ਾ ਖੁੱਲ੍ਹਾ ਹਮੇਸ਼ਾ ਰਹਿਣਾ ਚਾਹੀਦਾ। ਜੇ ਇੱਕ ਸਟੇਟ ਦਾ ਮੁੱਖ ਮੰਤਰੀ, ਉਹ ਸਟੇਟ ਜਿਹਨੇ ਚਾਹੇ ਮੁਗਲਾਂ ਨਾਲ ਲੜਾਈ ਦੀ ਗੱਲ ਹੋਵੇ, ਚਾਹੇ ਅੰਗਰੇਜ਼ਾਂ ਨਾਲ ਲੜਾਈ ਦੀ ਗੱਲ ਹੋਵੇ, ਚਾਹੇ ਭੁੱਖ ਨਾਲ ਲੜਾਈ ਦੀ ਗੱਲ ਹੋਵੇ, ਜਿਹਨੇ ਹਿੱਕ ਢਾਹ ਕੇ ਸਾਰੇ ਮੁਲਕ ਦੀ ਲੜਾਈ ਲੜੀ ਹੋਵੇ,
ਤੇ ਉਹਦੇ ਉਸ ਸਟੇਟ ਦੇ ਮੁੱਖ ਮੰਤਰੀ ਲਈ ਪ੍ਰਧਾਨ ਮੰਤਰੀ ਦੇ ਦਰਵਾਜ਼ੇ ਕਦੇ ਵੀ ਨਾ ਬੰਦ ਹੋ ਸਕਦੇ ਨੇ ਤੇ ਨਾ ਹੀ ਹੋਣੇ ਚਾਹੀਦੇ ਨੇ। ਸੋ ਇਸ ਕਰਕੇ ਪਰ ਇਹਨਾਂ ਦੀ ਇੱਛਾ ਸ਼ਕਤੀ ਦੇ ਵਿੱਚ ਸਾਨੂੰ ਕਮੀ ਹੈ ਜਿਹੜੀ ਉਹ ਜ਼ਰੂਰ ਨਜ਼ਰ ਆ ਰਹੀ ਹੈ, ਜਿਹੜੀ ਕਿ ਨਹੀਂ ਹੋਣੀ ਚਾਹੀਦੀ ਹੈਗੀ। ਹੱਲ ਕੀ ਤੁਹਾਨੂੰ ਕੀ ਲੱਗਦਾ, ਹੱਲ ਕੀ ਨਿਕਲੇਗਾ? ਦੇਖੋ ਜੀ, ਹੱਲ ਤਾਂ ਦੋ ਲਫ਼ਜ਼ੀ ਹੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਕੋਲੋਂ ਟਾਈਮ ਮੰਗੋ, ਉਹਨਾਂ ਕੋਲ ਚੱਲੋ, ਸਾਰੀਆਂ ਪੋਲੀਟੀਕਲ ਪਾਰਟੀਆਂ ਉਹਦੇ 'ਚ ਸ਼ਾਮਲ ਹੋਣੀਆਂ ਚਾਹੀਦੀਆਂ ਨੇ। ਅਸੀਂ ਨੰਗੇ ਪੈਰੀ ਚੱਲ ਕੇ ਆਪ ਜਾਵਾਂਗੇ ਤੇ ਉਹਨਾਂ ਨੂੰ ਦੱਸਿਆ ਜਾਵੇ ਵੀ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਤੁਸੀਂ ਨਜਾਇਜ਼ ਕਰ ਰਹੇ ਹੋ, ਧੱਕਾ ਕਰ ਰਹੇ ਹੋ। ਪੰਜਾਬ ਦਾ ਕਿਸਾਨ ਹੈ ਜਿਹੜਾ, ਇਕੱਲਾ ਕਿਸਾਨ ਨਹੀਂ, ਇਹਦੇ ਨਾਲ ਆੜ੍ਹਤੀ ਆ, ਇਹਦੇ ਨਾਲ ਮਜ਼ਦੂਰ, ਇਹਦੇ ਨਾਲ ਵਪਾਰੀ, ਇਹਦੇ ਨਾਲ ਇੰਡਸਟਰੀ, ਪੰਜਾਬ ਦੀ ਇਕੋਨਮੀ ਹੈ ਜਿਹੜੀ ਉਹ ਸਾਰੀ ਤਬਾਹ ਹੋ ਜਾਏਗੀ। ਤੇ ਬਾਰਡਰ ਸਟੇਟ ਹੋਣ ਦੇ ਨਾਤੇ ਜੇ ਇਸ ਤਰ੍ਹਾਂ ਹੋ ਜਾਂਦਾ ਤੇ ਇਹ ਇਕੱਲਾ ਪੰਜਾਬ ਲਈ ਨਹੀਂ, ਇਹ ਪੂਰੇ ਦੇ ਪੂਰੇ ਮੁਲਕ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਉਹਨਾਂ ਨੂੰ ਸਮਝਾਇਆ ਜਾਵੇ। ਮੈਂ ਸਮਝਦਾ ਕਿ 2%, 5%, 10%, 50% ਕੁਛ ਨਾ ਕੁਛ ਤਾਂ ਮਾੜੀ ਮੋਟੀ ਉਹਨਾਂ ਦੇ ਮਨ ਮਿਹਰ ਪਊਗੀ ਪੰਜਾਬ ਵਾਸਤੇ, ਮਾੜਾ ਮੋਟਾ ਤਾਂ ਰਹਿਮ ਆਊਗਾ। ਇਹ ਠੀਕ ਹੈ ਕਿ ਉਹਨਾਂ ਦਾ ਮਕਸਦ ਹੈ ਸਿਰਫ ਔਰ ਸਿਰਫ ਬੜੇ ਸ਼ਰੂਰ ਤਰੀਕੇ ਨਾਲ ਆਪਦੀ ਜਿਹੜੇ ਕਰੋਨੀ ਕੈਪੀਟਲਿਜ਼ਮ ਹੈ, ਅਡਾਨੀਆਂ ਅੰਬਾਨੀਆਂ ਦੇ ਇੰਟਰਸਟ ਵਾਚ ਕਰਨ ਦਾ ਹੋਏਗਾ। ਪਰ ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਤੁਸੀਂ ਪੰਜਾਬ ਦੇ ਕਿਸਾਨਾਂ ਦੀ, ਮਜ਼ਦੂਰਾਂ ਦੀ ਤੇ ਵਪਾਰੀਆਂ ਦੀ ਲਾਸ਼ਾਂ ਦੇ ਉੱਪਰ ਰਾਜਨੀਤੀ ਕਰੋ ਤੇ ਆਪਦੇ ਦੋਸਤਾਂ ਦੀਆਂ ਜੇਬਾਂ ਭਰੋ। ਮੈਂ ਸਮਝਦਾ ਕਿ ਇਹ ਉਹਨਾਂ ਤੱਕ ਮੈਸੇਜ ਜਿਹੜਾ ਇਹ ਰਲ ਮਿਲ ਕੇ ਆਪਾਂ ਸਾਰਿਆਂ ਨੂੰ ਪਹੁੰਚਾਉਣਾ ਬਣਦਾ, ਜਿਹੜਾ ਕਿ ਅਨਫੋਰਚੂਨੇਟਲੀ ਪਿਛਲੇ 6 ਮਹੀਨਿਆਂ ਦੇ ਵਿੱਚ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ, ਪੰਜਾਬ ਸਰਕਾਰ ਵੱਲੋਂ ਉਸ ਡਾਇਰੈਕਸ਼ਨ ਦੇ ਵਿੱਚ ਸਿੰਸੀਅਰ ਐਫਰਟ ਹਜੇ ਤੱਕ ਸਾਨੂੰ ਨਜ਼ਰ ਨਹੀਂ ਆਏ ਹੈਗੇ। ਪਹਿਲਾਂ ਸੈਂਟਰ ਫੰਡ ਰੋਕ ਰਹੇ, ਹੁਣ ਟ੍ਰੇਨਾਂ ਹੁਣ ਕਹਿ ਕੇ 7 ਨਵੰਬਰ ਤੱਕ। ਤੁਹਾਨੂੰ ਕੀ ਲੱਗਦਾ ਹੈਗਾ ਆਮ ਸੈਂਟਰ ਸਰਕਾਰ ਨੇ ਪੰਜਾਬ ਦੇ ਖਿਲਾਫ ਲੜਾਈ ਖੋਲ੍ਹਤੀ ਹੈਗੀ ਕਿ ਜਾਂ ਬਾਂਹ ਰੋੜੀ ਜਾ ਰਹੀ ਹੈਗੀ? ਦੇਖੋ, ਇਸ ਤਰ੍ਹਾਂ ਹੈ ਕਿ ਵੈਸੇ ਤਾਂ ਸ਼ੁਰੂ ਤੋਂ ਹੀ ਕੇਂਦਰ ਹੈ ਜਿਹੜਾ, ਚਾਹੇ ਉਹ ਯੂਪੀ ਦਾ ਹੋਵੇ ਚਾਹੇ ਇੰਡੀਆ ਦਾ ਹੋਵੇ, ਪੰਜਾਬ ਦੇ ਖਿਲਾਫ ਮਤਰੇਈ ਵਾਲਾ ਸਲੂਕ ਹੈ ਜਿਹੜਾ ਉਹ ਕਰਦਾ ਰਿਹਾ। ਪਰ ਮੈਂ ਸਮਝਦਾ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਹੁਣ ਇਹ ਡਿਸੀਜਨ ਲਏ ਜਾ ਰਹੇ ਨੇ, ਪਹਿਲਾਂ GST ਰੋਕਤਾ, ਫਿਰ ਟ੍ਰੇਨਾਂ ਰੋਕਤੀਆਂ, ਫਿਰ RDF ਫੰਡ ਹੈ ਜਿਹੜਾ ਉਹ ਰੋਕ ਦਿੱਤਾ, ਤੇ ਕਦੇ ਆਹ ਪੋਲਿਊਸ਼ਨ ਵਾਲੇ ਆਰਡੀਨੈਂਸਿਸ ਨੇ ਉਹ ਜਾਰੀ ਕਰ ਦਿੰਦੇ ਨੇ। ਮੈਂ ਸਮਝਦਾ ਕਿ ਇਹ ਸਿਰਫ ਔਰ ਸਿਰਫ ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੇ ਲੋਕਾਂ ਦੀ ਬਾਂਹ ਮਰੋੜਨ ਵਾਲੀ, ਉਹਨਾਂ ਦੀ ਸੰਘੀ ਘੁੱਟਣ ਵਾਲਾ ਕੰਮ ਹੈ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ, ਜਿਹੜਾ ਕਿ ਬਿਲਕੁਲ ਨਜਾਇਜ਼ ਹੈ। ਸਮਾਂ ਤਾਂ ਇਹ ਸੀਗਾ ਕਿ ਕਿਸਾਨਾਂ ਦੇ ਨਾਲ, ਹਰੇਕ ਵਰਗ ਦੇ ਨਾਲ ਗੱਲ ਕੀਤੀ ਜਾਂਦੀ, ਉਹਨਾਂ ਦੇ ਮਸਲੇ ਸੁਣ ਕੇ ਹੱਲ ਕੀਤੇ ਜਾਂਦੇ, ਪਰ ਉਹਨਾਂ ਨੇ ਸੁਣਨੇ ਤਾਂ ਦੂਰ ਦੀ ਗੱਲ ਹੈ, ਹੱਲ ਕਰਨੇ ਤਾਂ ਦੂਰ ਦੀ ਗੱਲ ਹੈ, ਉਹਨਾਂ ਨੇ ਸੰਘੀ ਘੁੱਟਣੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ। ਜਿਹੜਾ ਕਿ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਔਰ ਕੇਂਦਰ ਦੇ ਵਿੱਚ ਜੀ ਸਮਝੋ, ਜੇ ਇਹ ਟਰਸਟ ਡੈਫਿਸਿਟ ਹੈ ਜਿਹੜਾ, ਜੇ ਬੇਵਿਸ਼ਵਾਸੀ ਵੱਧਦੀ ਗਈ ਨਾ, ਤੇ ਇਹ ਕਿਸੇ ਵੀ ਸਮੇਂ ਇਕੱਲੇ ਪੰਜਾਬ ਨੂੰ ਨਹੀਂ ਪੂਰੇ ਮੁਲਕ ਦੇ ਇਹ ਬਹੁਤ ਘਾਤਕ ਸਿੱਧ ਹੋ ਸਕਦੀ ਹੈ। ਤਾਂ ਲੱਗਦਾ ਕਿ ਸੈਂਟਰ ਦੇ ਵਿੱਚ BJP ਔਰ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਕੁਛ ਇੱਦਾਂ ਦਾ ਮਾਹੌਲ ਬਣਾ ਰਹੇ ਜਾਂ ਆਪਣੀ ਸਿਆਸਤ ਨੂੰ ਚਮਕਾ ਰਹੇ ਨੇ, ਲਿਸ਼ਕਾ ਰਹੇ, ਜਿਹਦੇ ਨਾਲ ਇਹਨਾਂ ਦੀ ਸਿਆਸਤ ਚਮਕ ਜਾਊਗੀ ਲੇਕਿਨ ਪੰਜਾਬ ਦਾ ਨੁਕਸਾਨ ਹੋ ਜਾਊਗਾ ਆਰਥਿਕ ਪੱਖੋਂ ਵੀ ਔਰ ਸਮਾਜਿਕ ਪੱਖੋਂ? ਬਿਲਕੁਲ ਇਹ 'ਚ ਕੋਈ ਦੋ ਰਾਏ ਨਹੀਂ ਜੀ, ਬਿਲਕੁਲ ਇਹੀ ਕੁਝ ਚੱਲ ਰਿਹਾ ਅੱਜ। ਜੇ ਇਹ ਹੁੰਦਾ ਤਾਂ ਘੱਟੋ ਘੱਟ ਸਟੇਟ ਸੈਂਟਰ ਦੇ ਰਿਲੇਸ਼ਨ ਨੇ ਜਿਹੜੇ ਉਹ ਇੰਨੇ ਕੁ, ਹੋਰ ਤੁਹਾਡੇ ਪੋਲੀਟੀਕਲ ਡਿਫਰੈਂਸਿਸ ਨੇ, ਜਿਹੜੀਆਂ ਆਈਡੀਓਲੋਜੀਜ਼ ਨੇ ਵੱਖੋ ਵੱਖਰੀਆਂ ਹੋ ਸਕਦੀਆਂ ਨੇ, ਪਰ ਇੱਕ ਘੱਟੋ ਘੱਟ ਜਿਹੜਾ ਇੱਕ ਵਰਕ ਕਲਚਰ ਹੈ, ਜਿਹੜਾ ਵਰਕਿੰਗ ਰਿਲੇਸ਼ਨ ਹੈ, ਉਹ ਜ਼ਰੂਰ ਹੋਣਾ ਚਾਹੀਦਾ। ਹੁਣ ਸਿਰਫ ਔਰ ਸਿਰਫ ਇਹਦੇ ਉੱਪਰ ਰਾਜਨੀਤੀ ਹੋ ਰਹੀ ਹੈ, ਹੋਰ ਕੱਖ ਨਹੀਂ ਹੋ ਰਿਹਾ ਹੈਗਾ। ਸਿਰਫ ਔਰ ਸਿਰਫ ਟਾਰਗੇਟ ਕੀਤਾ ਜਾ ਰਿਹਾ ਹੈ ਕਿ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਕਿਸਾਨੀ ਦੇ ਮਸੀਹਾ ਬਣ ਕੇ ਕਿਵੇਂ ਨਿਕਲੇ ਆਈਏ, ਉਸ ਤੋਂ ਇਲਾਵਾ ਹੋਰ ਕੱਖ ਨਹੀਂ ਹੋ ਰਿਹਾ ਹੈਗਾ। ਅੱਛਾ, ਆਖਰੀ ਸਵਾਲ ਜੀ, ਤੁਸੀਂ ਸੁਖਪਾਲ ਖਹਿਰਾ ਹੋਣਾ ਦੀ ਬਹੁਤ ਇੱਜ਼ਤ ਕਰਦੇ, ਉਹਨਾਂ ਅਜੇ ਟਵੀਟ ਕੀਤਾ ਹੈਗਾ ਕਿ ਸਾਰੇ ਝੂਠੇ ਇਨਕਲਾਬੀ ਆ, ਨਕਲੀ ਇਨਕਲਾਬੀ ਆ ਆਮ ਆਦਮੀ ਪਾਰਟੀ ਵਾਲੇ। ਚਲੋ ਉਹਨਾਂ ਦੇ ਦੇਖੋ ਜੀ, ਤੁਸੀਂ, ਮੇਰੀ ਬੇਨਤੀ ਹੈ ਤੁਹਾਨੂੰ, ਤੁਸੀਂ ਆਪਾਂ ਇੱਥੇ ਤੁਹਾਡੇ ਚੈਨਲ ਦੇ ਉੱਪਰ ਆਪਾਂ ਪੰਜਾਬ ਦੇ ਮੁੱਦੇ ਡਿਸਕਸ ਕਰਨ ਲਈ ਇਕੱਠੇ ਹੋਏ ਹਾਂ। ਜੇ ਕੋਈ ਪੰਜਾਬ ਦਾ ਸਵਾਲ ਹੈ ਤੁਸੀਂ ਮੇਰੇ ਤੋਂ ਉਹ ਕਰੋ, ਜੇ ਕੋਈ ਤੁਹਾਡੇ ਮਨ ਦਾ ਸਵਾਲ ਹੈ ਉਹ ਕਰੋ। ਜਿਹੜਾ ਹੁਣ ਬੰਦਾ ਕੋਈ ਜਿਹਦੀ ਸਾਡੇ ਲਈ ਰੈਲੇਵੈਂਸੀ ਕੋਈ ਨਹੀਂ ਹੈਗੀ, ਠੀਕ ਹੈ ਨਾ, ਉਹਨਾਂ ਦੇ ਸਵਾਲਾਂ ਦੇ ਜਵਾਬ ਅਸੀਂ ਕਾਹਦੇ ਵਾਸਤੇ ਕਿਉਂ ਟਾਈਮ ਦੇ ਕੇ, ਉਹ ਤੁਹਾਡੀ ਜਿਹੜੀ TRP ਹੈ ਸਾਰੀ ਫਿਰ ਉਸ ਪਾਸੇ ਨੂੰ ਚਲੀ ਜਾਣੀ। ਆਪਾਂ ਪੰਜਾਬ ਦੇ ਮੁੱਦਿਆਂ ਦੇ ਮੇਰੇ ਤੋਂ ਸਵਾਲ ਦੋ ਹੋਰ ਕਰ ਲਓ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਮਨ ਦੀ ਬਾਤ ਸਿਰਫ ਦੇਸ਼ ਪ੍ਰਧਾਨ ਮੰਤਰੀ ਕਰਦੇ, ਨਾ ਮੈਂ ਕਰਦਾ ਨਾ ਤੁਸੀਂ ਕਰਦੇ ਹੈਗੇ। ਮੈਂ ਤਾਂ ਵੈਸੇ ਹੀ ਕਹਿ ਰਹੀ, ਇਨਕਲਾਬ ਬਹੁਤ ਲਿਆਂਦਾ ਸੀ ਆਮ ਆਦਮੀ ਪਾਰਟੀ ਨੇ, ਉਹ ਡਾਊਨ ਹੈ ਕਿਤੇ ਨਾ ਕਿਤੇ, ਅਸਰ ਫਰਕ ਪੈ ਗਿਆ। ਦੇਖੋ, ਇਸ ਤਰ੍ਹਾਂ ਹੈ ਕਿ ਜਦੋਂ ਇਨਕਲਾਬ ਦਾ ਝੰਡਾ ਚੱਕਣ ਵਾਲੇ ਉਹ ਝੰਡੇ ਦੀ ਨੂੰ ਹੀ ਤਾਰੋ ਤਾਰ ਕਰਕੇ, ਜੇ ਉਹਦੀਆਂ ਲੀਰਾਂ ਵਚੀਰਾਂ ਚੱਕ ਕੇ ਜੇ ਭੱਜ ਲੈਣ ਤੇ ਫਿਰ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਨਾ। ਤੇ ਇਨਕਲਾਬ ਦਾ ਝੰਡਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਚੱਕਿਆ ਸੀਗਾ, ਤੇ ਅੱਜ ਦਿੱਲੀ ਦੇ ਲੋਕ ਆਨੰਦ ਮਾਣ ਰਹੇ ਨੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਸਰਕਾਰਾਂ ਇਮਾਨਦਾਰ ਹੋਣ ਤਾਂ ਕਿਸ ਤਰੀਕੇ ਦਾ ਰਾਜ ਭਾਗ ਹੈ ਜਿਹੜਾ ਉਹ ਮਿਲ ਸਕਦਾ ਹੈ। ਪਰ ਇੱਥੇ ਸਾਡੇ ਹੋਇਆ ਕਿ ਇੱਥੇ ਪੰਜਾਬ ਦੀ ਗੱਲ ਕਿਸੇ ਨੇ ਕੀਤੀ ਨਹੀਂ ਹੈਗੀ, ਇਨਕਲਾਬ ਦੀ ਗੱਲ ਕਿਸੇ ਨੇ ਕੀਤੀ ਨਹੀਂ ਹੈਗੀ। ਹਰੇਕ ਬੰਦਾ ਆਪਦੇ ਜਦੋਂ ਸੈਲਫ ਇੰਟਰਸਟ ਦੇ ਵਿੱਚ ਪੈ ਜੇ ਤੇ ਉਦੋਂ ਨੁਕਸਾਨ ਤਾਂ ਫਿਰ ਹੁੰਦਾ ਹੀ ਹੁੰਦਾ। ਇਹ ਤਾਂ ਹੁਣ ਬੰਦੇ ਦੀ ਆਪਦੀ ਕੁਆਲਿਟੀ ਦੇ ਉੱਪਰ ਡਿਪੈਂਡ ਕਰਦਾ ਨਾ ਜੀ। ਸੋ ਇਸ ਕਰਕੇ ਇਨਕਲਾਬ ਤਾਂ ਦੇਖੋ ਆਇਆ ਸੀਗਾ, ਇਨਕਲਾਬ ਆਇਆ ਸੀਗਾ ਕਰਪਸ਼ਨ ਦੇ ਖਿਲਾਫ, ਤੇ ਉਸ ਨੇ ਦਿੱਲੀ ਦੇ ਵਿੱਚ ਰਿਜ਼ਲਟ ਵੀ ਸ਼ੋਅ ਕੀਤੇ ਨੇ। ਪਰ ਹੁਣ ਜਿਹੜੇ ਇਨਕਲਾਬ ਦੇ ਅੱਗੇ ਇੱਥੇ ਪੰਜਾਬ ਦੇ ਵਿੱਚ ਲੱਗੇ ਸੀਗੇ, ਇਹ ਤਾਂ ਉਹਨਾਂ ਦੀ ਵੀ ਕੁਝ ਨਾ ਕੁਝ ਜ਼ਿੰਮੇਵਾਰੀ, ਸਿੰਸੈਰਿਟੀ ਤਾਂ ਬਣਦੀ ਸੀ ਨਾ ਜੀ। ਜੇ ਸਿੰਸੀਅਰ ਹੁੰਦੇ ਪੰਜਾਬ ਦੇ ਪ੍ਰਤੀ ਤੇ ਸ਼ਾਇਦ ਇੱਥੇ ਵੀ ਰੰਗ ਲੱਗ ਜਾਂਦਾ। ਬਹੁਤ ਮਿਹਰਬਾਨੀ। ਪੰਜਾਬ ਦਾ ਮਸਲਾ ਹੈਗਾ ਔਰ ਇਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗਲਤ ਘਰ ਦਾ ਦਰਵਾਜ਼ਾ ਖੜਕਾ ਰਹੇ ਨੇ
ਚੰਗਾ ਹੁੰਦਾ ਉਹ ਪ੍ਰਧਾਨ ਮੰਤਰੀ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਤੇ ਫਿਰ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਨੰਗੇ ਪੈਰੀ ਚੱਲਦੀ। ਲੇਕਿਨ ਇਹਨਾਂ ਦਾ ਇਹ ਵੀ ਮੰਨਣਾ ਹੈ ਕਿ ਕਾਂਗਰਸ ਪਾਰਟੀ ਜਿਹਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ ਉਹ ਸਿਰਫ 2022 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੀ ਸਿਆਸਤ ਚਮਕਾ ਰਹੇ ਨੇ ਤੇ ਲਿਸ਼ਕਾ ਰਹੇ ਨੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਿਊਜ਼ ਚੰਡੀਗੜ੍ਹ।